ਸ਼ੇਰ ਸਿੰਘ breathed another prayer of thanks this time। ਸ਼ੇਰ ਸਿੰਘ ਨੇ ਇਸ ਵਾਰ ਇੱਕ ਹੋਰ ਅਰਦਾਸ ਕੀਤੀ, ਪਰ ਇਹ ਅਰਦਾਸ ਧੰਨਵਾਦ ਦੀ ਸੀ। and made ready to move with ਕੁੰਵਰ on his back once again। ਅਤੇ ਆਪਣੇ ਆਪ ਨੂੰ ਉਸਨੇ ਇੱਕ ਵਾਰ ਫਿਰ ਰੈਡੀ ਕੀਤਾ ਕੁੰਵਰ ਨੂੰ ਚੱਕ ਕੇ ਆਪਣੀ ਯਾਤਰਾ ਤੇ ਜਾਣ ਲਈ। he scrambled down into the river bed। scrambled down ਹੁੰਦਾ ਵੈਸੇ ਤਾਂ ਹੁੰਦਾ ਹਾਥਾਪਾਈ ਕਰਨ ਲਈ, ਮੁਕਾਬਲਾ ਕਰਨ ਲਈ। ਸੋ ਇੱਥੇ ਵੀ ਇਹਦਾ ਮਤਲਬ ਸੇਮ ਹੀ ਹੈ। ਸੋ ਹੁਣ ਉਹ ਨਦੀ ਦਾ ਮੁਕਾਬਲਾ ਕਰਨ ਲਈ ਨਦੀ ਦੇ ਵਿੱਚ ਵੜ ਗਿਆ। though the water was only waist deep। ਭਾਵੇਂ ਨਦੀ ਦਾ ਪਾਣੀ ਸਿਰਫ ਕਮਰ ਤੱਕ ਆ ਰਿਹਾ ਸੀ। he had to go slowly। ਉਸ ਨੂੰ ਹੌਲੀ ਚੱਲਣਾ ਪੈ ਰਿਹਾ ਸੀ because of slime on the stones। ਕਿਉਂਕਿ ਪਾਣੀ ਦੇ ਹੇਠ ਪੱਥਰਾਂ ਉੱਤੇ ਕਾਈ ਜੰਮੀ ਹੋਈ ਸੀ। thank goodness there was a bridge at the second river। ਤੇ ਉਸਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਚਲੋ ਦੂਜੀ ਰਿਵਰ ਦੇ ਉੱਤੇ ਤਾਂ ਬ੍ਰਿਜ ਬਣਿਆ ਹੋਇਆ ਹੈ। he thought, ਉਹਨੇ ਸੋਚਿਆ। ਓਕੇ, ਇੱਥੇ ਆਪਣਾ ਹੁਣ ਨੈਕਸਟ ਕੁਐਸਚਨ ਕਵਰ ਹੁੰਦਾ। ਕੁਐਸਚਨ ਨੰਬਰ 7 what happened at the first river। ਸੋ ਤੁਸੀਂ ਇੱਥੇ ਲਿਖ ਸਕਦੇ ਹੋ at the first river the water was only waist deep, he had to go slowly because of slime on the stones। that bridge was an impermanent thing। ਉਹ ਪੁੱਲ ਤਾਂ ਇੱਕ ਅਸਥਾਈ ਜਿਹਾ ਹੀ ਹੈ made of bamboo poles, ਜੋ ਕਿ ਬੈਂਬੂਸ ਦੇ ਨਾਲ ਬਣਿਆ ਹੋਇਆ ਹੈ, stones ਪੱਥਰਾਂ ਦੇ ਨਾਲ ਬਣਿਆ ਹੋਇਆ, and thick grass ਅਤੇ ਮੋਟੇ ਘਾਹ ਦੇ ਨਾਲ। but it was at least a bridge। ਪਰ ਚਲੋ ਘੱਟੋ ਘੱਟ ਇੱਕ ਬ੍ਰਿਜ ਤਾਂ ਸੀ। as ਸ਼ੇਰ ਸਿੰਘ washed up on to the shore। ਜਿੱਦਾਂ ਹੀ ਉਹ ਪਾਣੀ ਨਾਲ ਭਿੱਜਿਆ ਹੋਇਆ ਦੂਜੇ ਕਿਨਾਰੇ ਪਹੁੰਚਿਆ, water twinkled in his footprints before sinking into the sand। ਤੇ ਜਿਵੇਂ ਹੀ ਉਹ ਬਾਹਰ ਨਿਕਲ ਕੇ ਚੱਲਿਆ ਤਾਂ ਉਸਨੇ ਆਪਣੇ ਪਿੱਛੇ ਫੁੱਟਪ੍ਰਿੰਟ ਦੇਖੇ, ਜਿਸ ਵਿੱਚ ਕਿ ਉਸ ਦੇ ਕੱਪੜਿਆਂ ਵਿੱਚੋਂ ਨਿਕਲਿਆ ਹੋਇਆ ਪਾਣੀ ਹੌਲੀ-ਹੌਲੀ ਜਮ੍ਹਾਂ ਹੋ ਰਿਹਾ ਸੀ ਤੇ ਕੁਝ ਦੇਰ ਉੱਥੇ ਚਮਕ ਕੇ ਧਰਤੀ ਹੇਠ ਸਮਾ ਰਿਹਾ ਸੀ। ਕਮਿੰਗ ਅਪ ਆਊਟ ਆਫ ਦਾ ਰਿਵਰ ਵਰ ਅਨਦਰ ਸੈਟ ਆਫ ਪ੍ਰਿੰਟਸ। ਉਸ ਨਦੀ ਵਿੱਚੋਂ ਨਿਕਲ ਕੇ ਉਸ ਦੇ ਪੈਰਾਂ ਦੇ ਨਿਸ਼ਾਨ ਤੋਂ ਇਲਾਵਾ ਇੱਕ ਹੋਰ ਪੈਰਾਂ ਦੇ ਨਿਸ਼ਾਨ ਵੀ ਸਨ। ਅ ਟਾਈਗਰਸ, ਇੱਕ ਸ਼ੇਰ ਦੇ। ਐਂਡ ਦੇਅਰ ਵਾਸ ਗਲਿਟਰ ਇਨ them ਟੂ। ਅਤੇ ਉਹਨਾਂ ਪੈਰਾਂ ਦੇ ਨਿਸ਼ਾਨ ਵਿੱਚ ਵੀ ਚਮਕ ਸੀ। ਇਹਦਾ ਮਤਲਬ ਕੀ ਹੋਇਆ ਕਿ ਜਿੱਦਾਂ ਉਹਦੇ ਪੈਰਾਂ ਦੇ ਨਿਸ਼ਾਨਾਂ ਵਿੱਚ ਚਮਕ ਸੀ ਤੇ ਥੋੜੀ ਦੇਰ ਬਾਅਦ ਉਹ ਪਾਣੀ ਡਿਸਅਪੀਅਰ ਹੋ ਜਾਂਦਾ ਸੀ, ਇਸ ਤਰ੍ਹਾਂ ਸ਼ੇਰ ਦੇ ਪੰਜਿਆਂ ਦੇ ਨਿਸ਼ਾਨਾਂ ਦੇ ਵਿੱਚ ਵੀ ਉਹੀ ਪਾਣੀ ਦੀ ਚਮਕ ਸੀ। ਇਸ ਤੋਂ ਭਾਵ ਸੀ ਕਿ ਸ਼ੇਰ ਹਜੇ ਹੁਣੇ ਹੀ ਉੱਥੋਂ ਨਿਕਲਿਆ ਸੀ। even as he looked they dried। ਜਿੱਦਾਂ ਹੀ ਉਸਨੇ ਉਹਨਾਂ ਵੱਲ ਦੇਖਿਆ ਉਹ ਸੁੱਕ ਗਏ। he plodded steadily on। plodded ਹੁੰਦਾ ਥਕੇ ਹੋਏ ਪੈਰਾਂ ਦੇ ਨਾਲ ਚੱਲਣਾ, steadily ਹੁੰਦਾ ਆਰਾਮ ਨਾਲ। ਉਸਨੇ ਆਪਣੇ ਥਕੇ ਹੋਏ ਪੈਰਾਂ ਨਾਲ ਆਰਾਮ ਨਾਲ ਚੱਲਣਾ ਜਾਰੀ ਰੱਖਿਆ। and his body panted and sobbed। panted and sobbed ਹੁੰਦਾ ਛੋਟੇ ਸਾਹ ਲੈਣਾ, ਠੀਕ ਹੈ, ਜਿਹਨੂੰ ਕਹਿੰਦੇ ਨੇ ਪੰਜਾਬੀ ਚ ਹਫਦੇ ਹੋਏ ਜਾਣਾ। ਓਕੇ। towards midnight he heard the second river from far away। ਅੱਧੀ ਰਾਤ ਦੇ ਵਿੱਚ ਉਸਨੇ ਦੂਜੀ ਰਿਵਰ ਦੀ ਆਵਾਜ਼ ਥੋੜੀ ਜਿਹੀ ਦੂਰ ਤੋਂ ਸੁਣੀ। a steady roar of flood। ਜਿੱਥੋਂ ਕਿ ਉਸਨੂੰ ਹਲਕੀ ਆਵਾਜ਼ ਆ ਰਹੀ ਸੀ ਉਸ ਨਦੀ ਵਿੱਚ ਆਏ ਹੋਏ ਹੜ੍ਹ ਦੀ। when he came out on the shore। ਜਦੋਂ ਉਹ ਕਿਨਾਰੇ ਪਹੁੰਚਿਆ he saw it। ਉਸਨੇ ਦੇਖਿਆ a big head of snow must have melted yesterday। ਉਸਨੇ ਅੰਦਾਜ਼ਾ ਲਗਾਇਆ ਕਿ ਇੱਕ ਵੱਡੀ ਬਰਫ਼ ਦਾ ਟੁਕੜਾ ਜ਼ਰੂਰ ਹੀ ਕੱਲ ਪਿਘਲਿਆ ਹੋਏਗਾ। because from bank to bank the river foamed। ਕਿਉਂਕਿ ਨਦੀ ਕਿਨਾਰਿਆਂ ਤੱਕ ਨੱਕੋ ਨੱਕ ਭਰੀ ਹੋਈ ਸੀ। he looked for the bridge। ਉਸਨੇ ਪੁੱਲ ਦੀ ਭਾਲ ਕੀਤੀ। it was not there। ਇਹ ਉੱਥੇ ਨਹੀਂ ਸੀ। only a fierce crest। fierce ਹੁੰਦਾ ਭਿਆਨਕ, crest ਹੁੰਦਾ ਉੱਪਰਲਾ ਹਿੱਸਾ। ਓਕੇ, ਤਲ, ਸਤ੍ਹਾ। ਸਿਰਫ ਉਸ ਪਾਣੀ ਦੀ ਉੱਪਰਲੀ ਭਿਆਨਕ ਸਤ੍ਹਾ showed where it lay। ਉਹੀ ਦਿਖਾ ਰਹੀ ਸੀ ਕਿ ਇਹ ਕਿੱਥੇ ਹੈ, ਯਾਨੀ ਉਹ ਉੱਪਰੋਂ ਥੋੜਾ ਦਿਖਦਾ ਸੀ। submerged, ਅੱਧਾ ਡੁੱਬਿਆ ਹੋਇਆ। he could hear the river grinding its teeth। ਉਹ ਸੁਣ ਸਕਦਾ ਸੀ ਕਿ ਕਿੱਦਾਂ ਉਹ ਨਦੀ ਆਪਣੇ ਦੰਦ ਗੁਰਾ ਰਹੀ ਹੈ। then a tree churning over and over crashed against the drowned bridge। ਫਿਰ ਇੱਕ ਦਰਖਤ ਬਾਰ-ਬਾਰ ਜ਼ੋਰ ਨਾਲ ਪਾਣੀ ਦੁਆਰਾ ਹਿਲਾਇਆ ਜਾ ਰਿਹਾ ਸੀ। crashed against the drowned bridge। ਅਤੇ ਫਾਈਨਲੀ ਉਹ ਜ਼ੋਰ ਦੀ ਉਸ ਡੁੱਬਦੇ ਹੋਏ ਪੁਲ ਦੇ ਵਿੱਚ ਜਾ ਵੱਜਿਆ।
which reeled and broke. ਜਿਸ ਤੋਂ ਬਾਅਦ ਉਹ ਪੁੱਲ ਲੜਖੜਾਇਆ, reeled ਹੁੰਦਾ ਲੜਖੜਾਇਆ, and broke ਅਤੇ ਟੁੱਟ ਗਿਆ, throwing up its bamboo ribs like a fan. ਤਾਂ ਨਦੀ ਵਿੱਚ ਫੈਨ ਵਾਂਗੂ ਘੁੰਮਦੇ ਹੋਏ ਆਪਣੀਆਂ ਸਾਰੀਆਂ ਬੈਂਬੂ ਦੀਆਂ ਪਸਲੀਆਂ ਇੱਧਰ ਉੱਧਰ ਬਿਖੇਰ ਰਿਹਾ ਸੀ. ਸ਼ੇਰ ਸਿੰਘ set ਕੁੰਵਰ down and brought him water from the river in his hands. ਸ਼ੇਰ ਸਿੰਘ ਨੇ ਕੁੰਵਰ ਨੂੰ ਨੀਚੇ ਰੱਖਿਆ ਅਤੇ ਉਸ ਲਈ ਆਪਣੇ ਹੱਥਾਂ ਵਿੱਚ ਪਾਣੀ ਭਰ ਕੇ ਲੈ ਕੇ ਆਇਆ. ਹੁਣ ਇੱਥੇ ਸਾਡਾ 8th ਕੁਐਸਚਨ ਕੰਪਲੀਟ ਹੁੰਦਾ ਹੈ. What was the condition of the second river? What had happened to the bridge? ਕੰਡੀਸ਼ਨ ਕੀ ਸੀ ਤੇ ਉਸ ਪੁੱਲ ਨੂੰ ਕੀ ਹੋਇਆ ਸੀ? ਸੋ ਆਨਸਰ ਲਿਖ ਸਕਦੇ ਹੋ. The second river was flooded and the bridge was broken and drowned. ਠੀਕ ਹੈ, drowned ਹੁੰਦਾ ਡੁੱਬ ਗਿਆ. My brother, ਮੇਰਾ ਭਰਾ, the delirious little boy whispered. delirious ਹੁੰਦਾ ਬੇਸੁੱਧ, ਉਹ ਬੇਸੁੱਧ ਕੁੰਵਰ ਛੋਟਾ ਬ੍ਰਦਰ ਹੌਲੀ ਜਿਹਾ ਬੋਲਿਆ and drank ਅਤੇ ਉਹ ਪਾਣੀ ਪੀ ਗਿਆ. ਸ਼ੇਰ ਸਿੰਘ gathered grass. ਸ਼ੇਰ ਸਿੰਘ ਨੇ ਘਾਹ ਇਕੱਠਾ ਕੀਤਾ and plaiting it into a rope ਅਤੇ ਇੱਕ ਰੋਪ ਦੇ ਇਰਦ ਗਿਰਦ ਉਸ ਨੂੰ ਗੁੰਦ ਦਿੱਤਾ. tied it round his brother. ਆਪਣੇ ਬ੍ਰਦਰ ਦੇ ਦੁਆਲੇ ਉਸ ਨੂੰ ਬੰਨਿਆ and himself ਅਤੇ ਆਪਣੇ ਦੁਆਲੇ ਵੀ, so they would keep together ਤਾਂ ਕਿ ਉਹ ਦੋਨੋਂ ਇਕੱਠੇ ਜੁੜੇ ਰਹਿਣ. then he entered the water just above the bridge. ਫਿਰ ਉਹ ਪਾਣੀ ਦੇ ਵਿੱਚ ਉਸ ਪੁੱਲ ਦੇ ਉੱਪਰੋਂ ਦੀ ਐਂਟਰ ਹੋਇਆ. river seized them and flattened them against the ਰੈਕ. ਰਿਵਰ ਦੇ ਤੇਜ਼ ਵਹਾਅ ਨੇ, ਰੈਕ ਹੁੰਦਾ ਤੇਜ਼ ਵਹਾਅ, ਉਹ ਵਹਾਅ ਜਿਹੜਾ ਦੂਜੇ ਵਿੱਚ ਜ਼ੋਰ ਨਾਲ ਵੱਜ ਰਿਹਾ ਹੋਵੇ. ਸੋ ਇਸ ਨਦੀ ਦਾ ਜ਼ੋਰ ਨਾਲ ਵੱਜਣ ਵਾਲਾ ਵਹਾਅ ਉਹਨਾਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਸੀ. unable to move at first. ਪਹਿਲੀ ਵਾਰ ਅੱਗੇ ਵਧਣ ਤੋਂ ਅਸਮਰੱਥ. he edged forward into the maelstrom. maelstrom ਹੁੰਦਾ ਤੇਜ਼ ਧਾਰਾ. ਉਹ ਉਸ ਬ੍ਰਿਜ ਦੇ ਕਿਨਾਰੇ ਉਸ ਤੇਜ਼ ਧਾਰਾ ਦੇ ਵਿੱਚੋਂ ਵਧਦੇ ਹੋਏ feeling for the split ends of bamboo ਅਤੇ ਉਹਨਾਂ ਬੈਂਬੂਜ਼ ਦੇ ਟੁੱਟੇ ਹੋਏ ਸਿਰਿਆਂ ਨੂੰ ਮਹਿਸੂਸ ਕਰਦੇ ਹੋਏ, ਛੂੰਹਦੇ ਹੋਏ ਅੱਗੇ ਵਧੇ. The deluge deafened him. ਹੜ੍ਹ ਨੇ ਉਸ ਨੂੰ ਬਹਿਰਾ ਕਰ ਦਿੱਤਾ ਸੀ. Timber banged and bruised him. Timber ਯਾਨੀ ਲੱਕੜੀ ਉਸ ਵਿੱਚ ਬਾਰ-ਬਾਰ ਟਕਰਾਈ ਅਤੇ ਉਸ ਨੂੰ ਘਾਇਲ ਕੀਤਾ. It was so cold he could hardly keep his hold. ਉਸ ਦੇ ਅੰਦਰ ਇੰਨੀ ਠੰਡ ਸੀ ਕਿ ਉਹ ਬੜੀ ਮੁਸ਼ਕਲ ਨਾਲ ਹੀ ਉਸ ਨੂੰ ਪਕੜ ਕੇ ਰੱਖ ਪਾ ਰਿਹਾ ਸੀ. He could not get his breath in the spray. ਉਹ ਪਾਣੀ ਦੀ ਬੁਛਾਰ ਦੇ ਵਿੱਚ ਸਾਹ ਵੀ ਨਹੀਂ ਲੈ ਸਕਦਾ ਸੀ. And he did not know if his brother lived or died. ਅਤੇ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਬ੍ਰਦਰ ਜ਼ਿੰਦਾ ਹੈ ਕਿ ਮਰ ਗਿਆ. But he kept the child's head above water. ਪਰ ਉਸ ਨੇ ਬੱਚੇ ਦਾ ਸਿਰ ਪਾਣੀ ਤੋਂ ਉੱਪਰ ਹੀ ਰੱਖਿਆ. and moved slowly ਅਤੇ ਹੌਲੀ ਅੱਗੇ ਨੂੰ ਵਧਿਆ. gasping in mortal struggle. ਜ਼ਿੰਦਾ ਰਹਿਣ ਦੇ ਇਸ ਕਸ਼ਮਕਸ਼ ਦੇ ਵਿੱਚ ਹਫਦੇ ਹੋਏ ਯਾਨੀ ਛੋਟੇ ਸਾਹ ਲੈਂਦੇ ਹੋਏ. he was deaf, blinded, frozen, drowned. ਉਹ ਬਹਿਰਾ, ਅੰਨਾ, ਜੰਮਿਆ ਹੋਇਆ ਅਤੇ ਡੁੱਬਿਆ ਹੋਇਆ ਸੀ. gradually ਹੌਲੀ the river seemed to lose power. ਹੌਲੀ ਨਦੀ ਦੇ ਪਾਣੀ ਦੀ ਸ਼ਕਤੀ ਘਟੀ. they were through. ਉਹ ਇਸ ਦੇ ਵਿੱਚੋਂ ਲੰਘ ਗਏ. ਓਕੇ, ਇੱਥੇ ਹੁਣ ਸਾਡਾ ਨੈਕਸਟ ਕੁਐਸਚਨ ਕਵਰ ਹੋ ਜਾਂਦਾ. ਹਾਊ ਡਿਡ ਹੀ ਕ੍ਰੋਸ ਦ ਸੈਕਿੰਡ ਰਿਵਰ? ਸੈਕਿੰਡ ਰਿਵਰ ਉਹਨਾਂ ਨੇ ਕਿੱਦਾਂ ਕ੍ਰੋਸ ਕੀਤੀ? ਸੋ ਇਹਦਾ ਜਵਾਬ ਤੁਸੀਂ ਲਿਖ ਸਕਦੇ ਹੋ. ਸ਼ੇਰ ਸਿੰਘ tied the rope around his brother and himself and entered the water just above the bridge. He kept the child's head above water and moved slowly. Gradually they were through. ਯਾਨੀ ਹੌਲੀ ਉਹ ਵਿੱਚੋਂ ਲੰਘ ਗਏ. After that, ਉਸ ਤੋਂ ਬਾਅਦ ਸ਼ੇਰ ਸਿੰਘ did not know what happened. ਸ਼ੇਰ ਸਿੰਘ ਨੂੰ ਨਹੀਂ ਪਤਾ ਚੱਲਿਆ ਕਿ ਕੀ ਵਾਪਰਿਆ. He was wet. ਉਹ ਗਿੱਲਾ ਸੀ. and ice cold. ਉਹ ਬਰਫ਼ ਜਿੰਨਾ ਜੰਮਿਆ ਹੋਇਆ ਸੀ. but he stumbled on. ਪਰ ਉਹ ਲੜਖੜਾਉਂਦੇ ਹੋਏ ਚੱਲਦਾ ਗਿਆ. his knees bent. ਉਸ ਦੇ ਗੋਡੇ ਮੁੜ ਗਏ. and trembling ਅਤੇ
ਕੰਬ ਰਹੇ ਸਨ। ਦੇ ਗੇਵ ਵੇ, ਉਹਨਾਂ ਨੇ ਸਾਥ ਛੱਡ ਦਿੱਤਾ। ਹੀ ਵਾਸ ਕ੍ਰੋਲਿੰਗ, ਉਹ ਰੀਂਗ ਰਿਹਾ ਸੀ। ਦੈਨ ਦੇਅਰ ਵਾਸ ਅ ਰੋਡ ਐਂਡ ਦ ਬਾਰਕਿੰਗ ਆਫ ਦ ਡੌਗਸ, ਫਿਰ ਉੱਥੇ ਇੱਕ ਸੜਕ ਆਈ ਅਤੇ ਉਸਨੇ ਕੁੱਤਿਆਂ ਦਾ ਭੌਂਕਣਾ ਸੁਣਿਆ। ਹੈਰਾਲਡਿੰਗ ਅ ਵਿਲੇਜ, ਹੈਰਾਲਡ ਹੁੰਦਾ ਸੂਚਨਾ ਦੇਣੀ। ਸੋ ਸੜਕ ਅਤੇ ਕੁੱਤਿਆਂ ਦਾ ਭੌਂਕਣਾ ਇਹ ਸੂਚਨਾ ਦੇ ਰਹੇ ਸਨ ਕਿ ਇੱਕ ਵਿਲੇਜ ਨੇੜੇ ਹੈ। ਸਡਨਲੀ, ਅਚਾਨਕ, ਸਮਹਾਉ, ਕੁਝ ਹੱਦ ਤੱਕ, ਪੀਪਲ, ਕੁਝ ਲੋਕ ਵੀ ਸਨ। ਆਫਟਰ ਦੈਟ, ਉਸ ਤੋਂ ਬਾਅਦ, the next he knew they were in a bullock cart, then a truck, ਉਸ ਤੋਂ ਬਾਅਦ ਉਸ ਨੂੰ ਸਿਰਫ ਇਹ ਪਤਾ ਸੀ ਕਿ ਉਹ ਬੈਲਗਾੜੀ ਵਿੱਚ ਸੀ ਅਤੇ ਬੈਲਗਾੜੀ ਤੋਂ ਬਾਅਦ ਇੱਕ ਟਰੱਕ ਵਿੱਚ। Where have you come from, boy? ਤੂੰ ਕਿੱਥੋਂ ਆਇਆ ਹੈ ਲੜਕੇ? ਲਲਦਵਾਨੀ। You carried him alone across the river in flood, ਤੂੰ ਇਸ ਨੂੰ ਉਸ ਹੜ੍ਹ ਵਾਲੀ ਰਿਵਰ ਦੇ ਵਿੱਚੋਂ ਇਕੱਲਾ ਹੀ ਲੈ ਕੇ ਆਇਆ ਹੈ। They were at the hospital, ਉਹ ਹੁਣ ਹਸਪੀਟਲ 'ਚ ਸਨ ਤੇ ਡਾਕਟਰ ਉਸ ਨੂੰ ਇਹ ਸਵਾਲ ਸਾਰੇ ਪੁੱਛ ਰਿਹਾ ਸੀ। ਸ਼ੇਰ ਸਿੰਘ felt shy of the big building, ਸੋ ਇੰਨੀ ਵੱਡੀ ਬਿਲਡਿੰਗ 'ਚ ਜਾ ਕੇ ਡਾਕਟਰ ਨਾਲ ਗੱਲ ਕਰਕੇ ਉਸਨੇ ਬੜੀ ਸ਼ਰਮ ਮਹਿਸੂਸ ਕੀਤੀ। He did not go in, ਉਹ ਅੰਦਰ ਨਹੀਂ ਗਿਆ। Much later, ਕਾਫੀ ਦੇਰ ਬਾਅਦ, the doctor came out on the veranda, ਡਾਕਟਰ ਉਸ ਵਰਾਂਡੇ 'ਚ ਬਾਹਰ ਆਇਆ। ਸ਼ੇਰ ਸਿੰਘ ਬਹਾਦਰ, ਆਰ ਯੂ ਦੇਅਰ? ਹੀ ਕਾਲਡ ਆਊਟ, ਵਰਾਂਡੇ 'ਚ ਆ ਕੇ ਡਾਕਟਰ ਨੇ ਬੁਲਾਇਆ ਕਿ ਸ਼ੇਰ ਸਿੰਘ ਬਹਾਦਰ, ਕੀ ਤੂੰ ਇੱਥੇ ਹੈ? ਮਾਈ ਫਾਦਰ ਇਜ਼ ਨੋਟ ਹੇਅਰ, ਰਿਪਲਾਈਡ ਦ ਬॉय। ਹੁਣ ਕਿਉਂਕਿ ਸ਼ੇਰ ਸਿੰਘ ਬਹਾਦਰ ਉਸ ਦੇ ਪਿਤਾ ਜੀ ਦਾ ਨਾਮ ਸੀ, ਸੋ ਲੜਕੇ ਨੇ ਕਿਹਾ ਕਿ ਜੇ ਤੁਸੀਂ ਸ਼ੇਰ ਸਿੰਘ ਬਹਾਦਰ ਕਹਿ ਰਹੇ ਹੋ ਤਾਂ ਮੇਰੇ ਫਾਦਰ ਜਿਹੜੇ ਆ ਉਹ ਇੱਥੇ ਨਹੀਂ ਹਨ। ਗੋਇੰਗ ਅਪ ਟੂ ਦਾ ਵਰਾਂਡਾ, ਬਟ ਆਈ ਐਮ ਸ਼ੇਰ ਸਿੰਘ, ਹੁਣ ਉਸਨੇ ਵਰਾਂਡੇ ਵੱਲ ਜਾਂਦੇ ਹੋਏ ਕਿਹਾ, ਪਰ ਹਾਂ ਮੈਂ ਸ਼ੇਰ ਸਿੰਘ ਹਾਂ। ਯੂ ਆਰ ਦ ਬॉय ਹੂ ਬ੍ਰੌਟ ਦ ਚਾਈਲਡ ਕੁੰਵਰ ਇਨ ਫਰੋਮ ਲਲਦਵਾਨੀ, ਤੂੰ ਹੀ ਲੜਕਾ ਹੈ ਜਿਹੜਾ ਕਿ ਇਸ ਬੱਚੇ ਕੁੰਵਰ ਨੂੰ ਲਲਦਵਾਨੀ ਪਿੰਡ ਤੋਂ ਇੱਥੇ ਲੈ ਕੇ ਆਇਆ। ਯੈਸ। Then a smile broke all over doctor's great gentle face, ਤਾਂ ਇੱਕਦਮ ਉਸ ਡਾਕਟਰ ਦੇ ਵਧੀਆ ਚਿਹਰੇ ਉੱਤੇ ਦਿਆਲਤਾ ਭਾਵ ਵਾਲੀ ਮੁਸਕਰਾਹਟ ਆਈ। Then you are ਸ਼ੇਰ ਸਿੰਘ ਬਹਾਦਰ the brave, ਫਿਰ ਤਾਂ ਤੂੰ ਹੀ ਹੈ ਸ਼ੇਰ ਸਿੰਘ ਬਹਾਦਰ, ਇੱਕ brave ਬੱਚਾ। he said, ਉਸਨੇ ਕਿਹਾ, your brother will live, come and see, ਹੁਣ ਤੇਰਾ ਭਰਾ ਜੀਵੇਗਾ, ਆ ਅਤੇ ਮਿਲ ਲੈ। ਸੋ ਇਹਦੇ ਨਾਲ ਸਾਡਾ 11th ਕੁਐਸਚਨ ਕੰਪਲੀਟ ਹੁੰਦਾ। ਵਾਟ ਡਿਡ ਦਾ ਡਾਕਟਰ ਸੇ, ਡਾਕਟਰ ਨੇ ਕੀ ਕਿਹਾ? ਸੋ ਇੱਥੇ ਤੁਸੀਂ ਲਾਸਟ ਲਾਈਨਸ ਲਿਖ ਸਕਦੇ ਹੋ। ਦ ਡਾਕਟਰ ਸੈਡ ਟੂ ਸ਼ੇਰ ਸਿੰਘ ਬਹਾਦਰ, ਕੋਮਾ, inverted commas begin, you are Sher Singh Bahadur the brave, your brother will live, come and see, inverted commas close। so I hope ਤੁਹਾਨੂੰ ਇਹ ਲੈਸਨ ਬਹੁਤ ਪਸੰਦ ਆਇਆ ਹੋਵੇਗਾ। ਇਹਦੇ ਨਾਲ ਦੀ ਜੋ ਐਕਸਰਸਾਈਜ਼ ਹੈ, ਬੈਕ ਐਕਸਰਸਾਈਜ਼ ਹੈ, ਉਹ ਅਸੀਂ ਅਗਲੀ ਵੀਡੀਓ 'ਚ ਜ਼ਰੂਰ ਕਰਾਂਗੇ। ਪਰ ਫਿਲਹਾਲ ਮੈਨੂੰ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸ ਦੀ ਬੈਕ ਐਕਸਰਸਾਈਜ਼ ਨਾਲ। ਟਿਲ ਦੈਨ enjoy your study। I ਪਰਮਜੋਤ ਸਿੰਘ।